मैं तो इन्हू यही सलाह देवांगा भाई रणजीत सिंह ਨੂੰ ਕਿਸੇ न ਕਿਸੇ ਚੰਗੇ ਡਾਕਟਰ ਕੋਲ ਜਾਂ ਕਿਸੇ ਹਕੀਮ ਕੋਲ ਦਵਾਈ ਲੈਵੇ। ਇਹਦਾ ਜਿਹੜਾ ਦਿਮਾਗ ਹੈ ਉਹ ਕੰਮ ਨਹੀਂ ਕਰਦਾ। ਰਾਜੇਵਾਲ ਨੇ ਤਾਂ ਇਹ ਵੀ ਕਹਿਤਾ ਸੀ ਕਿ ਆਪਣੇ ਤੰਬੂ ਇੱਥੋਂ ਲੈ ਜਾਓ, ਸਾਡੀ ਬੇਨਤੀ ਹੈ। ਰਾਜੇਵਾਲ ਪੰਜਾਬ ਦਾ ਮਾਲਕ ਹੈ, ਪਿਓ ਲੱਗਦਾ ਪੰਜਾਬ ਦਾ, ਆਮ ਸਧਾਰਨ ਬੰਦਾ ਹੈ, ਸੰਘਰਸ਼ ਕਰਦਾ ਪਿਆ, ਅਸੀਂ ਸਤਿਕਾਰ ਕਰਦੇ ਹਾਂ, ਫਿਰ ਉਹ ਕਿਉਂ ਕਹਿ ਸਕਦਾ ਚੱਲ ਜਾਓ ਇੱਥੋਂ। ਜੇ ਨਿਹੰਗ ਸਿੰਘ ਨਾ ਬੈਠੇ ਹੁੰਦੇ ਉੱਥੋਂ ਇਹਨਾਂ ਦੀ ਤਪੜੀਆਂ ਚਕਾ ਦੇਣੀ ਸੀ। ਅੱਜ ਨੂੰ ਇਹਨਾਂ ਨੇ ਮੋਰਚਾ ਵਾਪਸ ਵੀ ਆ ਜਾਣਾ ਸੀ। ਹੁਣ ਇਹ ਅੜੇ ਹੋਏ ਨੇ ਕਿਉਂਕਿ ਪਿੱਛੇ ਪੰਜਾਬ ਦੇ ਵਿੱਚ ਐਂਟਰੀ ਨਹੀਂ ਹੋਣ ਦੇਣੀ ਇਹਨਾਂ ਲੋਕਾਂ ਨੇ। ਇਹਨਾਂ ਨੇ ਪੰਜਾਬ 'ਚ ਵੜਨ ਨਹੀਂ ਦੇਣਾ ਜੇ ਮੋਰਚਾ ਹਾਰ ਕੇ ਆ ਗਏ। ਕੈਪਟਨ ਅਮਰਿੰਦਰ ਸਿੰਘ ਦਾ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਇਹ ਬਿਆਨ ਆਉਂਦਾ ਹੈ, ਉਹ ਆਖਦੇ ਹੈ ਜਿਹੜਾ ਇਹ ਸਭ ਕੁਝ ਹੋਇਆ ਇਹਦੇ ਪਿੱਛੇ ਕੋਈ ਸਾਜ਼ਿਸ਼ ਨਹੀਂ ਹੈਗੀ। ਆਪਾਂ ਨੂੰ ਪਤਾ ਹੈ ਕਿ ਨਿਹੰਗ ਸਿੰਘ ਸੁੱਖੇ ਦਾ ਸੇਵਨ ਕਰਦੇ ਆ, ਉਹ ਨਸ਼ੇ ਦੇ ਵਿੱਚ ਇਹ ਸਭ ਕੁਝ ਕੀਤਾ ਗਿਆ। ਉਹਨਾਂ ਨੂੰ ਕੀ ਕਹਿਣਾ ਚਾਹੋ? ਨਹੀਂ ਇਹ ਗੱਲ ਗਲਤ ਹੈ ਕੈਪਟਨ ਨੇ, ਕਿਉਂਕਿ ਕੈਪਟਨ ਦੀ ਸੁਰਤੀ ਬਿਰਤੀ ਇਹੋ ਜਿਹੀ ਉਹਦੀ ਤਾਂ ਮੱਤ ਮਾਰੀ ਪਈ ਹੈ। ਕੈਪਟਨ ਦੀ ਬੁੱਧੀ ਜਿਹੜੀ ਭ੍ਰਿਸ਼ਟ ਹੋ ਗਈ, ਜਿਹੜੀ ਗੁਰੂ ਕੀ ਬਾਣੀ ਦੀ ਸਹੁੰ ਖਾ ਕਰਕੇ ਉਹ ਬੰਦਾ ਮੁਕਰ ਗਿਆ, ਜਿਸ ਕਰਕੇ ਇੱਕ ਜਨਾਨੀ ਦੇ ਪਿੱਛੇ ਲੱਗ ਕੇ ਸਾਰਾ ਆਪਣਾ ਰਾਜ ਭਾਗ ਉਹਨੇ ਬਰਬਾਦ ਕਰ ਲਿਆ। ਕਿ ਨਿਹੰਗ ਸਿੰਘ ਗੁਰੂ ਕੀ ਬਾਣੀ ਦੀ ਬੇਅਦਬੀ ਕਰਾ ਕੇ ਫਿਰ ਜਾ ਕਰਕੇ ਬੰਦੇ ਦਾ ਕਤਲ ਕਰਨਗੇ। ਉਹ ਗੁਰੂ ਕਾ ਸਿੰਘ ਹੈ, ਬਾਣੀ ਦਾ ਧਾਰਨੀ ਹੈ। ਇਹੋ ਜਿਹੀ ਘਰੋਣੀ ਸੋਚ ਨਹੀਂ ਹੋ ਸਕਦੀ ਸਿੱਖਾਂ ਦੀ। ਜਿਹੜੀ ਭਾਵਨਾ ਨੂੰ ਲੈ ਕਰਕੇ ਆਇਆ ਕਿ ਬਾਅਦ 'ਚ ਅਸੀਂ ਖਲੋ ਕੇ ਡਿੱਕਣਾ ਸੀ, ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਊਗਾ, ਫਿਰ ਇਹਦੇ ਅੰਗ ਪਾੜੂਗਾ ਤੇ ਫਿਰ ਬਾਅਦ ਵਿੱਚ ਇਹਨੂੰ ਸੌਦਾ ਲਾਵਾਂਗੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੋਈ ਸਟੈਂਡ ਨਹੀਂ। ਉਹ ਕਈ ਵਾਰ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਦੇ ਦਿੰਦਾ, ਕਦੀ ਕਿਸੇ ਤਰ੍ਹਾਂ ਦੀ ਦੇ ਦਿੰਦਾ। ਉਹ ਆਪਣੇ ਬਿਆਨ ਦੇ ਵਿੱਚ ਪਹਿਲਾਂ 320 ਸਰੂਪਾਂ ਦੀ ਆਪ ਗੱਲ ਕਰਦਾ ਪਿਆ ਸੀ, ਫਿਰ ਬਾਅਦ ਦੇ ਵਿੱਚ ਕਹਿੰਦਾ ਜੀ ਕਾਗਜ਼ਾਂ ਦੇ ਵਿੱਚ ਗੜਬੜ ਹੋਈ। ਤੇ ਜੇਕਰ ਬੇਅਦਬੀਆਂ ਹੁੰਦੀਆਂ ਨੇ ਤਾਂ ਇਸੇ ਤਰ੍ਹਾਂ ਹੀ ਸੌਦਾ ਲਾਇਆ ਜਾਏ। ਜੇ ਇਹ ਕੋਈ ਬੇਦਬੀ ਦੀ ਭਾਵਨਾ ਲੈ ਕਰਕੇ ਆਵੇ, ਬੇਦਬੀ ਕਰਨ ਵਾਸਤੇ ਆਵੇ, ਇਹੋ ਜਿਹਾ ਸੌਦਾ ਲਾਵੇ, ਇਹਦੇ ਨਾਲੋਂ ਵੀ ਭੈੜਾ ਲਾਵੇ, ਇਹਦੇ ਨਾਲੋਂ ਵੀ ਬਹੁਤ ਜ਼ਿਆਦਾ ਸਖਤ ਸਜ਼ਾ ਦੇਣੀ ਚਾਹੀਦੀ। ਤੁਸੀਂ ਇਹ ਚੀਜ਼ ਦੀ ਹਾਮੀ ਭਰਦੇ? ਹਾਂਜੀ, ਮੈਂ ਇਹ ਚੀਜ਼ ਦੀ ਹਾਮੀ ਭਰਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ। ਪਿਛਲੇ ਦਿਨੀ ਇੱਕ ਸਿੰਘੂ ਬਾਰਡਰ ਦੇ ਉੱਤੇ ਇੱਕ ਸ਼ਖਸ ਇਹ ਆਖਿਆ ਜਾਂਦਾ ਕਿ ਬੇਅਦਬੀ ਕਰਦਾ ਹੈ ਤੇ ਸਿੰਘਾਂ ਦੇ ਵੱਲੋਂ ਉਸ ਨੂੰ ਸੌਦਾ ਲਾ ਦਿੱਤਾ ਜਾਂਦਾ ਹੈ ਤੇ ਉਹ ਸੌਦੇ ਤੇ ਕਾਫੀ ਬਵਾਲ ਉੱਠਦੇ ਆ ਤੇ ਦਿਨ ਪ੍ਰਤੀ ਦਿਨ ਉਹ ਮਸਲਾ ਜਿਹੜਾ ਤੇਜ਼ੀ ਫੜਦਾ ਜਾਂਦਾ ਹੈ। ਫਿਰ ਪਰਵਾਨਾ ਜੀ ਬੋਲਦੇ ਆ, ਬਲਜਿੰਦਰ ਸਿੰਘ ਪਰਵਾਨਾ, ਫਿਰ ਉਹਦੇ ਉੱਤੇ ਕਮੈਂਟ ਨੇ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਕਰਦੇ ਆ ਤੇ ਕੈਪਟਨ ਅਮਰਿੰਦਰ ਸਿੰਘ ਵੀ ਕਰਦੇ ਆ ਤੇ ਫਿਰ ਫੋਟੋਆਂ ਵੀ ਵਾਇਰਲ ਹੁੰਦੀਆਂ ਨੇ। ਅਮਨ ਸਿੰਘ ਨਿਹੰਗ ਸਿੰਘ ਦੀਆਂ ਫੋਟੋਆਂ ਵਾਇਰਲ ਹੁੰਦੀਆਂ ਨੇ ਨਰਿੰਦਰ ਤੋਮਰ ਦੇ ਨਾਲ, ਖੇਤੀਬਾੜੀ ਮੰਤਰੀ ਦੇ ਨਾਲ। ਉਹ ਫੋਟੋਆਂ ਵੀ ਬਹੁਤ ਵੱਡੇ ਸਵਾਲ ਖੜੇ ਕਰਦੀਆਂ ਨੇ। ਅੱਜ ਮੇਰੇ ਨਾਲ ਦਮਦਮੀ ਟਕਸਾਲ ਤੋਂ ਅਮਰਜੀਤ ਸਿੰਘ ਮਰਿਆਦਾ ਜੀ ਹੋਣਗੇ। ਉਹਨਾਂ ਦਾ ਪੱਖ ਜਾਣਦੇ ਹਾਂ ਕਿ ਉਹ ਇਹ ਸਾਰੇ ਮੁੱਦੇ ਦੇ ਉੱਤੇ ਕੀ ਕਹਿਣਾ ਚਾਹੁੰਦੇ ਨੇ ਤੇ ਉਹ ਆਪਣੇ ਕੀ ਵਿਚਾਰ ਰੱਖਦੇ ਨੇ। ਥੋੜ੍ਹਾ ਸਮਾਂ ਪਹਿਲਾਂ ਤੁਹਾਨੂੰ ਯਾਦ ਹੋਊਗਾ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਗਿੱਦੜਿਆਣੀ ਵਿਖੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨ ਲੱਗਦੇ ਸੀ ਤਾਂ ਅਮਰਜੀਤ ਸਿੰਘ ਜੀ ਵੱਲੋਂ ਹੀ ਉਹਨਾਂ ਦਾ ਵਿਰੋਧ ਕੀਤਾ ਗਿਆ ਸੀ ਤੇ ਗੱਲਬਾਤ ਉਹਨਾਂ ਤੇ ਵੀ ਕਰਾਂਗੇ, ਢੱਡਰੀਆਂ ਵਾਲਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉੱਪਰ। ਤੇ ਜਿਹੜਾ ਪਹਿਲਾ ਮਸਲਾ ਉਹਦੇ ਤੇ ਗੱਲਬਾਤ ਕਰ ਲੈਂਦੇ ਹਾਂ। ਪਿਛਲੇ ਦਿਨੀ ਜਿਹੜੀ ਇਹ ਆਖਿਆ ਗਿਆ ਕਿ ਇੱਕ ਨੌਜਵਾਨ ਬੇਅਦਬੀ ਕਰਦਾ ਹੈ ਸਿੰਘੂ ਬਾਰਡਰ ਦੇ ਉੱਤੇ, ਤੇ ਉਹ ਸਭ ਨੂੰ ਕਿਵੇਂ ਦੇਖਦੇ? ਮੈਂ ਤੁਹਾਡਾ ਚੈਨਲ ਦਾ ਤੇ ਸਮੂਹ ਸੰਗਤ ਦਾ ਧੰਨਵਾਦ ਕਰਾਂਗਾ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਬੇਦਬੀ ਦੀ ਗੱਲ ਹੈ, ਸਿੰਘੂ ਬਾਰਡਰ 'ਤੇ ਜਿਹੜੀ ਬੇਦਬੀ ਕੀਤੀ, ਪਰ ਉਹਦੇ ਉੱਤੇ ਬਾਦ ਵਿਵਾਦ ਬੇਤੁਕੇ ਬਿਆਨ ਦਿੰਦੇ ਪਏ ਨੇ ਕਈ। ਕਿਉਂਕਿ ਗੁਰਬਾਣੀ ਦੇ ਵਿੱਚ ਪੋਥੀ ਪਰਮੇਸ਼ਰ ਕਾ ਥਾਨ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹਦੇ ਵਿੱਚ ਕੋਈ ਦੋ ਰਾਵਾ ਨਹੀਂ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਗਈ ਹੈ। ਉਹ ਤੋਂ ਪਹਿਲਾਂ ਜਦੋਂ ਸਰੀਰ ਕਰਕੇ 10 ਗੁਰੂ ਸਨ, ਉਸ ਵੇਲੇ ਵੀ ਗੁਰਬਾਣੀ ਦਾ ਬਹੁਤ ਆਦਬ ਅਤੇ ਸਤਿਕਾਰ ਸੀ। ਕਿਉਂਕਿ 2015 ਤੋਂ ਲੈ ਕਰਕੇ 2015 1 ਜੂਨ ਤੋਂ ਲੈ ਕਰਕੇ ਪਿੰਡ ਜਵਾਰ ਸਿੰਘ ਵਾਲੇ ਤੋਂ ਬੇਦਬੀਆਂ ਦਾ ਦੌਰ ਬਹੁਤ ਜ਼ਿਆਦਾ ਸ਼ੁਰੂ ਹੋਇਆ। ਤਕਰੀਬਨ 250 ਪੌਣੇ 300 ਦੇ ਕਰੀਬ ਥਾਵਾਂ 'ਤੇ ਬੇਦਬੀਆਂ ਹੋਈਆਂ, ਪਰ ਸਾਨੂੰ ਨਿਆਂ ਨਹੀਂ ਕਿਸੇ ਵੀ ਥਾਂ 'ਤੇ ਮਿਲਿਆ। ਪਹਿਲੀ ਗੱਲ ਤਾਂ ਜੇ ਮੌਕੇ 'ਤੇ ਮਿਲਿਆ ਨਹੀਂ, ਜੇ ਮਿਲ ਵੀ ਜਾਂਦਾ ਕੋਈ ਦੋਸ਼ੀ, ਉਸ ਵੇਲੇ ਕਮੇਟੀ ਗੁਰਦੁਆਰੇ ਦੀ ਜਾਂ ਕੋਈ ਪ੍ਰਬੰਧ ਹੋ ਰਿਹਾ ਸ਼੍ਰੋਮਣੀ ਕਮੇਟੀ ਉਸ ਦੋਸਤ ਨੂੰ ਫੜ ਕਰਕੇ ਪ੍ਰਸ਼ਾਸਨ ਦੇ ਕੋਲੇ ਦੇ ਦਿੰਦੀਆਂ ਸਨ। ਪਿੱਛੇ ਸੀ ਤੁਸੀਂ ਬਿਆਨ ਸੁਣਿਆ, ਜਦੋਂ ਕੇਸਗੜ੍ਹ ਸਾਹਿਬ 'ਤੇ ਬੇਦਬੀ ਹੋ ਗਈ, ਜਥੇਦਾਰ ਦਾ ਬਿਆਨ ਸੀ ਕਿ ਮੈਂ ਆਪਣੇ ਉੱਤੇ ਕਤਲ ਥੋੜ੍ਹਾ ਪਵਾ ਲੈਣਾ। ਪਰ ਇਹ ਗੱਲ ਸੋਭਦੀ ਨਹੀਂ ਹੈਗੀ। ਜਦੋਂ ਸਾਡੇ ਪਿਤਾ ਦੀ ਗੁਰੂ ਦੀ ਬੇਦਬੀ ਹੋਵੇ ਉਦੋਂ ਸਿੱਖ ਨਹੀਂ ਸਹਿਣ ਕਰ ਸਕਦਾ। ਜਿਹੜੀ ਸਿੰਘੂ ਬਾਰਡਰ 'ਤੇ ਬੇਦਬੀ ਦੀ ਗੱਲ ਹੈ, ਜਦੋਂ ਦੁਸ਼ਟ ਬੇਦਬੀ ਦੀ ਭਾਵਨਾ ਨੂੰ ਲੈ ਕਰਕੇ ਆਇਆ, ਸਰਬ ਲੋ ਦਰਬਾਰ ਗ੍ਰੰਥ ਹੈ,
ਪੰਥਕ ਹੈ, ਦਸਮ ਦਰਬਾਰ ਗ੍ਰੰਥ ਸਾਹਿਬ ਹੈਗੇ, ਗੁਰੂ ਗ੍ਰੰਥ ਸਾਹਿਬ ਆਦਿ ਦੀ, ਜਿਹਨੂੰ ਸਾਰੀ ਸ੍ਰਿਸ਼ਟੀ ਪੁੱਜਦੀ ਹੈ, ਸਾਰੇ ਮੰਨਦੇ ਆ, ਪਰ ਇਹ ਪੰਥ ਪ੍ਰਵਾਨਿਤ ਗ੍ਰੰਥ ਨੇ। ਇਹਨਾਂ ਦੇ ਉੱਤੇ ਕਿੰਤੂ ਪਰੰਤੂ ਨਹੀਂ। ਜਿਸ ਵੇਲੇ ਸਰਬ ਲੋਹ ਦਾ ਗ੍ਰੰਥ ਚੁੱਕ ਕਰਕੇ ਲੈ ਕੇ ਗਿਆ ਉਹ, ਦੁਬਾਰੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੁੱਕਣ ਵਾਸਤੇ ਆ ਰਿਹਾ ਉਹ, ਉਸੇ ਭਾਵਨਾ ਲੈ ਕਰਕੇ ਉਹ ਗ੍ਰੰਥ ਉਹਦੇ ਕੋਲ ਬਰਾਮਦ ਹੋਇਆ ਸਰਬ ਲੋਹ। ਜਿਹੜੀ ਭਾਵਨਾ ਨੂੰ ਲੈ ਕਰਕੇ ਆ ਰਿਹਾ, ਉਹੋ ਜੀ ਭਾਵਨਾ ਫਿਰ ਅੱਗੇ ਸਿੱਖਾਂ ਨੇ ਜਿਤਾਈ ਹੈ, ਉਹਨੂੰ ਫੜ ਕਰਕੇ ਮੌਕੇ ਤੇ ਜਿਹੜੀ ਉਹਦੀ ਬਣਦੀ ਸਜ਼ਾ ਸੀ ਉਹਨੂੰ ਦਿੱਤੀ ਹੈ। ਜਿਸ ਕਰਕੇ ਇਹਦੇ ਉੱਤੇ ਕਿਸੇ ਦਾ ਕਿੰਤੂ ਪਰੰਤੂ ਨਹੀਂ ਬਣਦਾ। ਜੇ ਇਹੋ ਜਿਹੇ ਦੁਸ਼ਟਾਂ ਨੂੰ ਹੋਰ 2-4 ਥਾਵਾਂ ਤੇ ਇਦਾਂ ਸੋਧਿਆ ਜਾਵੇ ਤੇ ਬੇਦਬੀਆਂ ਦਾ ਦੌਰ ਰੁਕ ਸਕਦਾ। ਪਰ ਇੱਥੇ ਇਹ ਵੀ ਸਵਾਲ ਹੈ ਕਿ ਉੱਥੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਗੱਲ ਕਰ ਲਈਏ, ਉਹ ਇੱਥੇ ਬਿਆਨ ਦਿੰਦੇ ਹੈ ਕਿ ਉਹਦੇ ਵੱਲੋਂ ਜਿਹੜੀ ਬੇਅਦਬੀ ਹੈ ਉਹ ਕੀਤੀ ਹੋ ਨਹੀਂ ਗਈ, ਹਲੇ ਕਾਰਨ ਚੱਲਿਆ ਸੀ, ਉਹ ਵੀ ਪਤਾ ਨਹੀਂ ਚੱਲਿਆ ਸੀ ਜਾਂ ਨਹੀਂ, ਕਿ ਕਿਤੇ ਨਾ ਕਿਤੇ ਇਹ ਜਿਹੜਾ ਕਤਲ ਕੀਤਾ ਗਿਆ, ਜਿਹੜਾ ਸੋਧਾ ਲਾਇਆ ਗਿਆ, ਉਹਨਾਂ ਨੇ ਗਲਤ ਠਹਿਰਾਇਆ। ਉਹ ਕਹਿੰਦੇ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹ ਕਾਰਨ ਹੀ ਨਹੀਂ ਚੱਲਿਆ ਸੀ, ਉਸ ਜਿਹੜੀ ਪੋਥੀ ਸੀ ਉਹਦੀ ਵੀ ਬੇਅਦਬੀ ਹਲੇ ਕੀਤੀ ਨਹੀਂ ਸੀ, ਕਿ ਪਹਿਲਾਂ ਹੀ ਕਾਂ ਵਾਂਗੂ ਲਟਕਾ ਕੇ ਉਹ ਟੰਗ ਦਿੱਤਾ ਗਿਆ, ਮਾਰ ਕੇ ਹੱਥਾਂ ਬਾਹਾਂ ਵੱਢ ਕੇ ਮਾਰ ਦਿੱਤਾ ਗਿਆ। ਕਿ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਕੱਲੇ ਕੱਲੇ ਅੰਗ ਖਿਲਾਰਦੇ ਨੇ, ਫਿਰ ਉਹਨੂੰ ਸੋਧਾ ਲਾਣਾ ਸੀ? ਦੱਸੋ। ਯਾਨੀ ਕਿ ਗੁਰੂ ਗ੍ਰੰਥ ਸਾਹਿਬ ਦੇ ਕੱਲੇ ਕੱਲੇ ਅੰਗ ਖਿਲਾਰ ਦੇਣਾ ਫਿਰ ਬਾਅਦ 'ਚ ਦੋਸ਼ੀ ਸੀ। ਜਦੋਂ ਆਇਆ ਹੀ ਬੇਦਬੀ ਦੀ ਭਾਵਨਾ ਲੈ ਕਰਕੇ, ਇੱਕ ਸਰੂਪ ਚੁੱਕ ਕਰਕੇ ਲੈ ਗਿਆ, ਉਹ ਦੁਬਾਰੇ ਦੂਸਰਾ ਸਰੂਪ ਚੁੱਕਣ ਵਾਸਤੇ ਆਇਆ। ਤਿੰਨੇ ਹੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਉਹਨਾਂ ਨੇ, ਦਸਮ ਗ੍ਰੰਥ ਸਾਹਿਬ ਜੀ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਰਬਲੋਕ ਗ੍ਰੰਥ ਸਾਹਿਬ ਜੀ, ਇਹ ਤਿੰਨੇ ਹੀ ਗ੍ਰੰਥ ਦਰਬਾਰਾਂ ਦੇ ਪ੍ਰਕਾਸ਼ ਕੀਤੇ ਨੇ। ਨਿਹੰਗ ਸਿੰਘ ਦਲਾਂ ਦੇ ਵਿੱਚ ਥਾਂ ਥਾਂ ਤੇ ਕਰਦੇ ਨੇ, ਜਿੱਥੇ ਵੀ ਕੋਈ ਪੰਡਾਲ ਲਾਉਂਦੇ ਨੇ, ਜਿੱਥੇ ਵੀ ਇਹਨਾਂ ਦਾ ਸਮਾਗਮ ਹੁੰਦਾ ਹੈ। ਪਰ ਜਿਹੜੀ ਭਾਵਨਾ ਨੂੰ ਲੈ ਕਰਕੇ ਆਇਆ ਕਿ ਬਾਅਦ 'ਚ ਅਸੀਂ ਖਲੋ ਕੇ ਡਿੱਕਣਾ ਸੀ ਉੱਥੇ, ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਊਗਾ, ਫਿਰ ਇਹਦੇ ਅੰਗ ਪਾੜੂਗਾ ਤੇ ਫਿਰ ਬਾਅਦ ਵਿੱਚ ਇਹਨੂੰ ਸੋਧਾ ਲਾਵਾਂਗੇ, ਇਹ ਬੇਤੁਕਾ ਬਿਆਨ ਹੈ ਉਹਦਾ। ਇਹਦੇ ਉੱਤੇ ਉਹਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ, ਬਹੁਤ ਗਲਤ ਸ਼ਬਦਾਵਲੀ ਉਹਦੀ। ਉਹ ਕਹਿੰਦਾ ਕਿ ਸਿੱਖਾਂ ਦੀ ਜਿਹੜੀ ਛਾਵੀ ਆ ਉਹ ਖਰਾਬ ਹੁੰਦੀ ਹੈ, ਪਰ ਛਾਵੀ ਖਰਾਬ ਤਾਂ ਹੁੰਦੀ ਹੈ ਜ਼ਬਰ ਤੇ ਜ਼ੁਲਮ ਢਾਈਆ ਸੀ ਕਿਸੇ ਦੇ ਉੱਤੇ। ਪਰ ਜਦੋਂ ਕੋਈ ਜ਼ਾਲਮ ਆ ਜਾਵੇ, ਜ਼ਾਲਮ ਵਾਸਤੇ ਇੱਥੇ ਗੁਰੂ ਘਰ ਦੇ ਵਿੱਚ ਤੇਗ ਹੈ, ਪਰ ਜੇ ਕੋਈ ਭਾਵਨਾ ਲੈ ਕੇ ਆਵੇ ਉੱਥੇ ਦੇਗ ਹੈ। ਉਹ ਵੀ ਕਹਿੰਦੇ ਕਿ ਸਬੂਤ ਕੀ ਹੈ ਕਿ ਉਹਦੇ ਵੱਲੋਂ ਬੇਅਦਬੀ ਕੀਤੀ ਗਈ ਹੈ ਜਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਸਬੂਤ ਕੀ ਹੈ ਉਹਦੇ ਕੋਲੇ? ਕਹਿੰਦੇ ਆਪਣੀਆਂ ਦੁਸ਼ਮਣੀਆਂ ਕੱਢਣ ਦੇ ਲਈ ਹੁਣ ਇਹ ਬੇਅਦਬੀਆਂ ਦਾ ਇਹ ਕਿਹਾ ਕਰਨਗੇ ਕਿ ਬੇਅਦਬੀ ਕਰਨ ਚੱਲਿਆ ਸੀ ਤਾਂ ਕਰਕੇ ਅਸੀਂ ਸੋਧਾ ਲਾਤਾ। ਉਹ ਇਹ ਗੱਲ ਵੀ ਕਹਿੰਦੇ ਹੈ ਕਿ ਜਿਹੜੇ ਘੋਨੇ ਮੋਨੇ ਨੇ ਨਾ, ਉਹ ਜੇਕਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਤਾਂ ਉਹਨਾਂ ਨੂੰ ਬੜਾ ਸੁਚੇਤ ਹੋ ਕੇ ਜਾਣਾ ਪਿਆ ਕਰੂਗਾ, ਕਿਉਂਕਿ ਹੁਣ ਇਸ ਤਰੀਕੇ ਨਾਲ ਹੀ ਦੁਸ਼ਮਣੀਆਂ ਆਪਣੀਆਂ ਕੱਢਿਆ ਜਾਇਆ ਕਰਨਗੀਆਂ। ਕਿ ਜੇਕਰ ਕਿਸੇ ਨਾਲ ਦੁਸ਼ਮਣੀਆਂ ਹੈ ਤਾਂ ਜਦੋਂ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਰਿਹਾ ਹੋਊਗਾ ਨਾ, ਤਾਂ ਉਦੋਂ ਸੋਧਾ ਲਾ ਦਿੱਤਾ ਜਾਊਗਾ, ਉਦੋਂ ਜਾਨੋਂ ਮਾਰ ਦਿੱਤਾ ਜਾਊਗਾ ਤੇ ਇੱਕ ਵਧੀਆ ਬਹਾਨਾ ਮਿਲ ਜਾਊਗਾ। ਇਹ ਕਹਿੰਦੇ ਰਣਜੀਤ ਸਿੰਘ ਢੱਡਰੀਆਂ। ਮੈਂ ਤਾਂ ਇਹਨੂੰ ਇਹ ਸਲਾਹ ਦੇਵਾਂਗਾ ਭਾਈ ਰਣਜੀਤ ਸਿੰਘ ਨੂੰ, ਕਿਸੇ ਨਾ ਕਿਸੇ ਚੰਗੇ ਡਾਕਟਰ ਕੋਲ ਜਾਂ ਕਿਸੇ ਹਕੀਮ ਕੋਲੋਂ ਦਵਾਈ ਲੈਵੇ। ਇਹਦਾ ਜਿਹੜਾ ਦਿਮਾਗ ਹੈ ਉਹ ਕੰਮ ਨਹੀਂ ਕਰਦਾ ਪਿਆ। ਜਿਹੜੀ ਪੰਥ ਪ੍ਰਤੀ, ਕੌਮ ਪ੍ਰਤੀ ਇਹਨੇ ਕੋਈ ਟਿੱਪਣੀ, ਕੋਈ ਨਵਾਂ ਮਸਲਾ ਖੜਾ ਕਰਨਾ ਹੀ ਹੈ, ਕਿਉਂਕਿ ਇਹਦਾ ਜਿਹੜਾ ਗੁਰੂ ਹੈ ਉਹ ਹਰਨੇਕ ਸੀ ਨੇਕੀ ਹੈ, ਉਹਦੇ ਅਸਾਰਾਂ ਤੇ ਇਹ ਚੱਲਦਾ ਪਿਆ। ਇਹਨੇ ਸੋਚਣਾ ਸਮਝਣਾ ਚਾਹੀਦਾ, ਕਿਉਂਕਿ ਇਹ ਬਿਨਾਂ ਸੋਚੇ ਬਿਨਾਂ ਸਮਝੇ ਤੋਂ ਕੋਈ ਗੱਲ ਕੱਢ ਮਾਰਦਾ। ਅੰਦਰ ਕਮਰੇ 'ਚ ਬੈਠ ਕੇ ਬਹੁਤ ਸਖਾਲੀ ਗੱਲਾਂ ਕਰਨੀਆਂ ਨੇ, ਕਮਰੇ 'ਚ ਬੈਠ ਕੇ ਜੋ ਮਰਜ਼ੀ ਇੰਟਰਵਿਊ ਦੇ ਵੀ ਜਾਵੇ। ਪਰ ਇਹਨੂੰ ਪੁੱਛੋ, ਜਿਹੜਾ ਬਰਗਾੜੀ ਬੇਦਬੀ ਹੋਈ ਸੀ, ਉਸ ਧਰਨੇ ਵਿੱਚ ਗੋਲੀਆਂ ਚੱਲੀਆਂ, ਨਿਹੱਥੇ ਸਿੰਘਾਂ ਦੇ ਵਾਰ ਹੋਏ, 2 ਸਿੰਘ ਸ਼ਹੀਦ ਕਰ ਦਿੱਤੇ, ਬਾਅਦ ਦੇ ਵਿੱਚ ਬਰਗਾੜੀ ਦਾ ਕੀ ਨਾਮ ਮਿਲਿਆ? ਇਹ ਆਪ ਹੀ ਕਹਿੰਦਾ ਉਸ ਮਸਲੇ ਨੂੰ ਅਸੀਂ ਹੈਂਗ ਨਹੀਂ ਹੋਣ ਦੇਣਾ। ਇਹਨੇ ਕੀ ਕੀਤਾ ਉਹਦੇ ਉੱਤੇ? ਜਦੋਂ ਉੱਥੋਂ ਗੋਲੀਆਂ ਚੱਲੀਆਂ ਉਸ ਤੋਂ ਬਾਅਦ 'ਚ ਵਿੱਚ ਬਰਗਾੜੀ ਦੇ ਵਿੱਚ ਇਹਨੇ ਕਦਮ ਨਹੀਂ ਪਾਇਆ, ਬਾਅਦ 'ਚ ਉੱਥੇ ਗਿਆ ਨਹੀਂ ਹੈਗਾ। ਪਰ ਉਹਦਾ ਵੀ ਇਨਸਾਫ ਕਿੱਥੇ ਮਿਲਿਆ? ਉਹਦਾ ਇਨਸਾਫ ਵੀ ਨਹੀਂ ਮਿਲਿਆ। ਉਹੀ ਗੱਲ ਕਰਦੇ, ਇਨਸਾਫ ਕਿਸੇ ਥਾਂ ਤੇ ਵੀ ਨਹੀਂ ਹੈਗਾ। ਪਰ ਇਹ ਥੋੜਾ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਥਾਂ ਥਾਂ ਤੇ ਹੁਣ ਹਰ ਇੱਕ ਗੁਰੂ ਘਰ ਦੇ ਵਿੱਚ ਕੈਮਰੇ ਲੱਗੇ ਨੇ। ਉਹ ਸੰਘੂ ਬਾਰਡਰ ਉੱਥੇ ਤੰਬੂ ਲੱਗੇ ਹੋਏ ਨੇ, ਕੈਮਰੇ ਨਹੀਂ ਉੱਥੇ ਥਾਂ ਥਾਂ ਤੇ ਲੱਗੇ ਹੋਏ। ਉੱਥੇ ਤਾਂ ਬਹੁਤ ਔਖਾ ਸਮਾਂ ਕੱਢਦੇ ਪਏ ਨੇ ਜਿਹੜੇ ਕਿਸਾਨ ਬੈਠੇ ਨੇ ਮੋਰਚੇ ਵਾਸਤੇ। ਉਹਨਾਂ ਦੇ ਹਾਲਾਤ ਜਾ ਕੇ ਵੇਖੋ ਨਾ, ਕਿੰਨਾ ਮੁਸੀਬਤ ਸਮਾਂ ਹੈ ਉੱਥੇ, ਕਿੰਨਾ ਔਖਾ ਸਮਾਂ ਕੱਢਦੇ ਪਏ ਨੇ। ਮੱਛਰ ਕਿੰਨਾ ਉੱਥੇ, ਗਰਮੀ ਦੇ ਵਿੱਚ ਕਿੰਨੀ ਗਰਮੀ, ਸਰਦੀ ਦੇ ਵਿੱਚ ਕਿੰਨੀ ਸਰਦੀ ਝੱਲੀ ਉਹਨਾਂ ਨੇ ਮੋਰਚੇ ਦੇ ਉੱਤੇ। ਪਰ ਇਹ ਤਾਂ ਇੱਥੇ ਬੈਠ ਕੇ ਗੱਲਾਂ ਕਰਨ ਵਾਲਾ ਬਿਆਨ। ਇੱਕ ਸਟੇਟਮੈਂਟ ਉਹਨਾਂ ਦੀ ਇਹ ਵੀ ਆਉਂਦੀ ਹੈ ਕਿ ਜਿਹੜੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਵੱਲੋਂ ਸਵਾਲ ਖੜੇ ਨਹੀਂ ਕਰਦੇ। ਕਹਿੰਦੇ ਇਹ ਜਿਹੜੀਆਂ ਜਿਵੇਂ ਹੁਣ ਤੁਸੀਂ ਗੱਲਬਾਤ ਕਰ ਰਹੇ ਹੋ ਕਿ ਇੱਕ ਗਰੀਬ ਸੀ ਤਾਂ ਕਰਕੇ ਉਹਦੇ ਉੱਤੇ ਉਹਨੂੰ ਸੋਧਾ ਲਾ ਦਿੱਤਾ ਗਿਆ, ਉਹਨੂੰ ਸੋਧਾ ਲਾਉਣਾ ਸੌਖਾ ਸੀ। ਕਹਿੰਦੇ ਜਦੋਂ ਸਰੂਪ ਗੁਰੂ ਸਾਹਿਬ ਦੇ ਗਾਇਬ ਹੁੰਦੇ ਹੈ ਉਦੋਂ ਕੋਈ ਮਸਲਾ ਨਹੀਂ ਉੱਠਦਾ, ਉਦੋਂ ਸ਼੍ਰੋਮਣੀ ਕਮੇਟੀ ਵਾਲੇ ਇਹ ਮੂੰਹ ਨਹੀਂ ਕਰਦੇ, ਉਹਨਾਂ ਤੋਂ ਕਹਿੰਦੇ ਇਹਨਾਂ ਨੂੰ ਡਰ ਲੱਗਦਾ। ਉਹਨਾਂ ਤੋਂ ਡਰ ਨਹੀਂ ਲੱਗਦਾ, ਉੱਥੇ ਮਸਲਾ ਉੱਠਦਾ ਹੈ
ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਧਰਨੇ ਦਿੱਤੇ ਨੇ, ਬਹੁਤ ਜ਼ਿਆਦਾ ਧਰਨੇ ਦਿੱਤੇ। ਅੱਜ ਵੀ ਜਗੀਰ ਕੌਰ ਪ੍ਰਧਾਨ ਹੈ ਜਿਹੜੀ, ਉਹਦੇ ਘਰ ਦੇ ਮੂਹਰੇ ਧਰਨਾ ਹੈ। ਅੰਮ੍ਰਿਤਸਰ ਦੇ ਵਿੱਚ ਵੀ ਭਾਈ ਬਲਦੇਵ ਸਿੰਘ ਬੰਡਾਲੇ ਵੱਲੋਂ ਧਰਨਾ ਦਿੱਤਾ ਗਿਆ। ਅੱਜ ਵੀ ਲਗਾਤਾਰ ਧਰਨਾ ਜਾਰੀ ਹੈ। ਅੱਜ ਵੀ ਸ਼੍ਰੋਮਣੀ ਕਮੇਟੀ ਨੂੰ ਲਗਾਤਾਰ ਸਵਾਲ ਕਰਦੇ ਨੇ, ਕਿਉਂਕਿ ਸ਼੍ਰੋਮਣੀ ਕਮੇਟੀ ਇੱਕ ਸਾਡੀ ਧਾਰਮਿਕ ਬਹੁਤ ਵੱਡੀ ਸੰਸਥਾ ਹੈ, ਪਰ ਉਹਦੇ ਉੱਤੇ ਇੱਕ ਪਰਿਵਾਰ ਦਾ ਕਬਜ਼ਾ ਹੈ। ਉਹ ਰਾਜਨੀਤਿਕ ਪਰਿਵਾਰ ਹੈ, ਬਾਦਲ ਪਰਿਵਾਰ, ਉਹਨੇ ਕਬਜ਼ਾ ਕੀਤਾ ਹੈ ਉਸ ਕਮੇਟੀ ਦੇ ਉੱਤੇ। ਪਰ ਸਿੱਖ ਬਹੁਤ ਕੋਸ਼ਿਸ਼ ਕਰਦੇ ਪਏ ਨੇ, ਲੜਾਈ ਲੜਦੇ ਪਏ ਨੇ ਸਿੱਖ, ਕੋਰਟ ਦੇ ਵਿੱਚ ਵੀ ਲੜਦੇ ਪਏ ਨੇ, ਧਰਨੇ ਵੀ ਦਿੱਤੇ ਨੇ। ਪਿੱਛੇ ਸੀ ਜਥੇਬੰਦੀਆਂ ਵੀ ਇਕੱਠੀ ਹੋਈ ਨੇ, ਉਹਨਾਂ ਕੋਲ ਹਿਸਾਬ ਕਿਤਾਬ ਮੰਗਦੇ ਪਏ ਨੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੋਈ ਸਟੈਂਡ ਨਹੀਂ। ਉਹ ਕਈ ਵਾਰ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਦੇ ਦਿੰਦਾ, ਕਦੀ ਕਿਸੇ ਤਰ੍ਹਾਂ ਦੀ ਦੇ ਦਿੰਦਾ। ਉਹ ਆਪਣੇ ਬਿਆਨ ਦੇ ਵਿੱਚ ਪਹਿਲਾਂ 320 ਸਰੂਪਾਂ ਦੀ ਆਪ ਗੱਲ ਕਰਦਾ ਪਿਆ ਸੀ, ਫਿਰ ਬਾਅਦ ਦੇ ਵਿੱਚ ਕਹਿੰਦਾ ਜੀ ਕਾਗਜ਼ਾਂ ਦੇ ਵਿੱਚ ਗੜਬੜ ਹੋਈ। ਪਰ ਇਹੋ ਜੀ ਗੱਲ ਨਹੀਂ ਹੈਗੀ। ਨਹੀਂ, ਸ਼੍ਰੋਮਣੀ ਕਮੇਟੀ ਨੂੰ ਕੌਣ ਨਹੀਂ ਕਰਦਾ ਪਿਆ। ਜਿਹੜਾ ਪਰਿਵਾਰ ਦਾ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਹੈ, ਉਸ ਪਰਿਵਾਰ ਨੂੰ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ। ਜਿਹੜੇ ਪਿੰਡ ਦੇ ਵਿੱਚ ਵੀ ਵੜਦਾ, ਉੱਥੇ ਕਿੰਨਾ ਸਵਾਗਤ ਹੁੰਦਾ ਉਸ ਪਰਿਵਾਰ ਦਾ। ਹੁਣ ਜਿਹੜੇ ਲੋਕ ਸੋਚ ਰਹੇ ਆ, ਕਈ ਲੋਕਾਂ ਦੀ ਸੋਚ ਹੈ, ਜਦੋਂ ਰਣਜੀਤ ਸਿੰਘ ਦਾ ਇਹ ਬਿਆਨ ਆਉਂਦਾ ਹੈ, ਉਹ ਇਹ ਸੋਚਦੇ ਆ ਕਿ ਹੁਣ ਇਹ ਦੁਸ਼ਮਣੀਆਂ ਤਾਂ ਨਹੀਂ ਕੱਢੀਆਂ ਜਾਇਆ ਕਰਨਗੀਆਂ ਪਿੰਡਾਂ ਦੇ ਵਿੱਚ, ਕਿ ਹੁਣ ਜਿਵੇਂ ਉੱਥੇ ਬੇਅਦਬੀ ਦਾ ਨਾਮ ਲੈ ਕੇ ਕਿਸੇ ਨੂੰ ਸੋਧਾ ਲਾ ਦਿੱਤਾ ਜਾਏਗਾ, ਮਾਰ ਦਿੱਤਾ ਜਾਊਗਾ। ਤੇ ਇਹ ਗੱਲ ਵੀ ਰਣਜੀਤ ਸਿੰਘ ਹੋਰੀ ਕਰਦੇ ਆ ਕਿ ਜਿਹਦੇ ਹੱਥ 'ਚ ਕੋਈ ਆਮ ਮੋਨਾ ਬੰਦਾ ਕਿਰਪਾਨ ਫੜ ਲਈ, ਉਹਦਾ ਤਾਂ ਅਸੀਂ ਮੰਨਦੇ ਹਾਂ ਕਿ ਬਹੁਤ ਵੱਡਾ ਇਹ ਗੁੰਡਾ ਹੈਗਾ। ਕਹਿੰਦਾ ਜਦੋਂ ਕੋਈ ਦਸਤਾਰ ਬੰਨ੍ਹ ਕੇ ਤੇ ਚੋਲਾ ਪਾ ਕੇ ਉਹ ਕਿਰਪਾਨ ਫੜ ਲੈਂਦਾ ਹੈ, ਉਦੋਂ ਅਸੀਂ ਇਹਨੂੰ ਬਹੁਤ ਸਾਫ਼ ਸੁਥਰਾ ਕਹਿੰਦੇ ਹਾਂ। ਇਹ ਗੱਲ ਤੇ ਕੀ ਕਹੋਗੇ? ਜਿਹੜੇ ਸ਼ਾਸਤਰ ਆ ਨਾ, ਗੁਰੂ ਸਾਹਿਬ ਨੂੰ ਸਿੱਖ ਨੂੰ ਬਖਸ਼ੇ, ਕਿਸੇ ਮੁੰਨੇ ਨੂੰ ਅਧਿਕਾਰ ਨਹੀਂ ਹੈਗਾ ਸ਼ਾਸਤਰ ਸਜਾ ਕਰਕੇ ਸ੍ਰੀ ਸਾਹਿਬ ਲੈ ਕਰਕੇ ਐਵੇਂ ਤੁਰੇ ਫਿਰੇ। ਇਹ ਗੁਰੂ ਸਾਹਿਬ ਨੇ, ਜਿਹੜਾ ਸਿੰਘ ਅੰਮ੍ਰਿਤ ਛਕਦਾ, ਖੰਡੇ ਬਾਟੇ ਦਾ ਅੰਮ੍ਰਿਤ ਛਕਦਾ, ਗੁਰੂ ਵਾਲਾ ਬੰਦਾ, ਉਹਦੇ ਤਾਂ ਹੀ ਸ਼ਾਸਤਰ ਬਖਸ਼ੇ ਨੇ। ਕਿਸੇ ਨੂੰ ਕੀ ਅਧਿਕਾਰ ਸਾਡੇ ਸ਼ਾਸਤਰ ਫੜਨ ਦਾ? ਹੁਣ ਮੁੰਨੇ ਘੁੰਨੇ ਕਿਰਪਾਨ ਲੈ ਕੇ ਕਿਵੇਂ ਫਿਰਨਗੇ? ਬਾਹਰ ਜਾਓ ਤੁਸੀਂ, ਬਿਲਕੁਲ ਵੀ ਨਹੀਂ ਤੁਹਾਨੂੰ। ਪਰ ਜਿਹੜਾ ਸਿੱਖ ਹੋਣਾ ਬਾਣੇ ਸਮੇਤ ਕਕਾਰਾਂ ਦਾ ਧਾਰਨੀ ਸ਼ਾਸਤਰ ਹੈਗਾ, ਉਹਨੂੰ ਕੋਈ ਨਹੀਂ ਛੇੜਦਾ। ਇਹ ਪੁੱਠੀ ਪ੍ਰੀਤ ਨਾ ਪਾਵੇ। ਇਹ ਤਾਂ ਹੋਰ ਹੀ ਤਰ੍ਹਾਂ ਦੀ ਪੁੱਠੀਆਂ ਸਿੱਧੀਆਂ ਗੱਲਾਂ ਹੀ ਕਰੀ ਜਾਂਦਾ। ਇਹਦਾ ਕਿਹੜੀ ਗੱਲ ਦਾ ਬਿਆਨ ਦੀ? ਤੁਸੀਂ ਵਿਰੋਧ ਕਿਉਂ ਕਰਦੇ ਹੋ ਇਹਨਾਂ ਰਣਜੀਤ ਸਿੰਘ? ਨਹੀਂ, ਮੇਰੀ ਰਣਜੀਤ ਸਿੰਘ ਨਾਲ ਮੇਰਾ ਕੋਈ ਨਿੱਜੀ ਕੋਈ ਆਪਣੀ ਵੈਰ ਨਹੀਂ ਹੈਗਾ। ਜਿਹੜੀ ਪੰਥਕ ਰਵਾਇਤ ਹੈ, ਜਿਹੜਾ ਗੁਰੂ ਇਤਿਹਾਸ ਹੈ, ਇਹਦੇ ਬੰਦੇ ਮੇਰੇ ਕੋਲ ਉੱਥੇ ਟੇਬਲ ਤੇ ਬੈਠੇ ਸੀ SSP ਦਫ਼ਤਰ 'ਚ ਵਿੱਚ। ਇਹਨਾਂ ਨੇ ਕਿਸੇ ਨੂੰ ਜਵਾਬ ਨਹੀਂ ਆਇਆ। ਜਦੋਂ ਦੀਵਾਨ ਮੈਂ ਰੁਕੇ ਹੀ, ਉਦੋਂ ਇਹਦੇ ਬੰਦੇ ਆਏ ਉੱਥੇ ਮੇਰੇ ਨਾਲ ਬੈਠਣ ਕੇ ਡਿਸਕਸ ਕਰਨ ਵਾਸਤੇ ਆਏ ਸੀ। ਕਿਸੇ ਨੂੰ ਜਵਾਬ ਨਹੀਂ ਸੀ। ਜਦੋਂ ਆਪਾਂ ਇਤਿਹਾਸ ਤੇ ਕਿੰਤੂ ਪਰੰਤੂ ਕਰਾਂਗੇ, ਫਿਰ ਤਾਂ ਬੋਲਣਗੇ ਲੋਕੀ। ਇਹਨੂੰ ਲੋਕੀ ਲੱਖ ਲੋਕੀ ਬੈਠ ਕੇ ਸੁਣਦੇ ਸੀ, ਉਦੋਂ ਕਿਉਂ ਨਹੀਂ ਇਹਦਾ ਕਿਸੇ ਨੇ ਵਿਰੋਧ ਕੀਤਾ? ਹੁਣ ਵਿਰੋਧ ਕਿਉਂ ਕਰਦੇ ਨੇ? ਜਦੋਂ ਇਹ ਗੁਰੂ ਕੀ ਬਾਣੀ ਤੇ ਕਿੰਤੂ ਪਰੰਤੂ ਕਰਦਾ, ਸਾਡੇ ਇਤਿਹਾਸ ਤੇ ਕਿੰਤੂ ਪਰੰਤੂ ਕਰਦਾ, ਸਾਡੀ ਰਵਾਇਤਾਂ ਤੇ ਕਿੰਤੂ ਪਰੰਤੂ ਕਰਦਾ, ਉਦੋਂ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ। ਤੇ ਹੁਣ ਜੇ ਆਪਾਂ ਅਮਨ ਸਿੰਘ ਦੀ ਗੱਲ ਕਰ ਲਈ, ਨਿਹੰਗ ਸਿੰਘ ਦੀ, ਤਾਂ ਉਹਦੀਆਂ ਤਸਵੀਰਾਂ ਮੀਟਿੰਗ ਕਰਦਿਆਂ ਦੀਆਂ ਨਰਿੰਦਰ ਤੋਮਰ ਹੋਰਾਂ ਨਾਲ ਤਸਵੀਰਾਂ ਵਾਇਰਲ ਹੋ ਜਾਂਦੀਆਂ ਨੇ, ਤੇ ਉਹਦੇ 'ਚ ਪਿੰਕੀ ਕੈਟ ਵੀ ਪਿੱਛੇ ਦਿਖਦਾ ਹੁੰਦਾ। ਆਪਾਂ ਨੂੰ ਪਤਾ ਹੈ ਕਿ ਪਿੰਕੀ ਕੈਟ ਦਾ ਕਿਵੇਂ ਦਾ ਕਿਰਦਾਰ ਰਹੇਗਾ। ਤੇ ਪਰ ਉਹ ਦੱਸਦੇ ਹੈ ਕਿ ਸਾਡਾ ਕੋਈ ਹੋਰ ਕੰਮ ਸੀ, ਸਾਨੂੰ ਇਹ ਆਖਿਆ ਗਿਆ ਕਿ ਤੁਹਾਨੂੰ 10 ਲੱਖ ਰੁਪਏ ਦੇਵਾਂਗੇ, ਇੱਥੋਂ ਆਪਣੇ ਘੋੜੇ ਲੈ ਕੇ ਜਾਓ। ਪਰ ਉਹ ਐਡੀ ਗੁਪਤ ਮੀਟਿੰਗ ਰੱਖਣ ਦੀ ਕੀ ਲੋੜ ਪੈ ਗਈ ਕਿ ਗੁਪਤ ਮੀਟਿੰਗ ਰੱਖ ਕੇ ਕਿਸੇ ਨੂੰ ਦੱਸਿਆ ਨਹੀਂ, ਕਿਸਾਨ ਜਥੇਬੰਦੀਆਂ ਨੂੰ ਵੀ ਨਹੀਂ ਦੱਸਿਆ, ਆਪਣੇ ਨਾਲਦਿਆਂ ਨੂੰ ਵੀ ਨਹੀਂ ਦੱਸਿਆ। ਰਾਜਾ ਰਾਜ ਸਿੰਘ, ਨਿਹੰਗ ਸਿੰਘ ਵੀ ਇਹੀ ਸਵਾਲ ਖੜੇ ਕਰਦੇ ਆ ਕਿ ਸਾਨੂੰ ਤੱਕ ਨਹੀਂ ਪਤਾ ਹੈਗਾ ਕਿ ਇਹ ਨਰਿੰਦਰ ਤੋਮਰ ਹੋਰਾਂ ਨੂੰ ਮਿਲ ਕੇ ਆਏ। ਇਹਦੇ ਵਿੱਚ ਭਾਈ ਅਮਨ ਸਿੰਘ ਜੀ ਦੱਸ ਸਕਦੇ ਨੇ ਕਿਉਂ ਮਿਲੇ, ਕਾਰਨ ਕੀ ਸੀ, ਗੁਪਤ ਕਿਉਂ ਮੀਟਿੰਗ ਕਰਨੀ ਪਈ। ਉਹ ਤਾਂ ਉਹਨੇ ਕੀਤੀ ਹੈ ਨਾ ਮੀਟਿੰਗ, ਉਹ ਦੱਸ ਸਕਦਾ। ਸਵਾਲ ਇਹ ਵੀ ਖੜੇ ਹੁੰਦੇ ਆ ਨਾ ਕਿ ਕਿਤੇ ਨਾ ਕਿਤੇ ਥਾਪੜਾ ਮੋਦੀ ਸਰਕਾਰ ਦਾ ਉਹਨਾਂ ਨੂੰ। ਦੇਖੋ, ਮੈਂ ਤਾਂ ਬੇਨਤੀ ਇਹੀ ਕਰਾਂਗਾ, ਜਿਹੜਾ ਕਿਸਾਨ ਮੋਰਚਾ ਚੱਲ ਰਿਹਾ, ਉਹ ਤਨਦੇਹੀ ਨਾਲ ਆਪਾਂ ਨੂੰ ਉਹਦਾ ਸਾਥ ਦੇਣਾ ਚਾਹੀਦਾ। ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕਿਸੇ ਨੇ ਵੀ ਕੋਈ ਛੇੜਖਾਨੀ ਕਰਨ ਦਾ ਅਧਿਕਾਰ ਨਹੀਂ ਹੈਗਾ। ਲੱਗਦਾ ਕਿ ਸਾਜ਼ਿਸ਼ ਹੋ ਸਕਦੀ ਹੈ ਕਿਤੇ ਮੋਦੀ ਸਰਕਾਰ ਦੀ ਇਹਦੇ ਪਿੱਛੇ? ਨਹੀਂ, ਮੋਦੀ ਸਰਕਾਰ ਦੀ ਸਾਜ਼ਿਸ਼ ਤੋਂ ਸਾਹਮਣੇ ਦਿਖਣ ਲੱਗ ਪਈ ਆ, ਅੱਜ ਦੀ ਥੋੜੀ ਹੈ। ਕਿਸਾਨਾਂ ਨੂੰ ਕਿੰਨਾ ਪਰੇਸ਼ਾਨ ਕੀਤਾ ਜਾ ਰਿਹਾ ਥਾਵਾਂ ਥਾਵਾਂ ਤੇ। ਕਿਸਾਨ ਮੋਰਚੇ ਨੂੰ ਫੇਲ ਕਰਨ ਵਾਸਤੇ ਮੋਦੀ ਨੂੰ ਮਾਰ ਕੰਡੇ ਸਾਰੇ ਪਨਾਏ ਨੇ। ਬਹੁਤ ਵੀ ਜ਼ਿਆਦਾ ਕੁਝ ਕਰੂਗਾ। ਅਜੇ ਤਾਂ ਕੁਝ ਵੀ ਨਹੀਂ ਕੀਤਾ ਉਹਨੇ, ਬਹੁਤ ਕੁਝ ਕਰੂਗਾ। ਸਾਜ਼ਿਸ਼ ਹੈ, ਇਹ ਨਹੀਂ ਹੈਗਾ ਨਹੀਂ ਹੈਗੀ ਸਾਜ਼ਿਸ਼। ਉਹ ਬਹੁਤ ਕੁਝ ਕਰ ਸਕਦਾ ਮੋਰਚੇ ਨੂੰ ਫੇਲ ਕਰਨ ਵਾਸਤੇ। ਸ਼ੇ ਤਾਂ ਨਹੀਂ ਕਿਤੇ ਅਮਨ ਸਿੰਘ ਨੂੰ ਬੁਲਾ ਕੇ ਇਹ ਕੰਮ ਕਰਨ ਦੇ ਲਈ ਆਖਿਆ ਗਿਆ ਹੋਵੇ? ਨਹੀਂ, ਇਹ ਤਾਂ ਗੁਰੂ ਸਾਹਿਬ ਦੀ ਜਦੋਂ ਬੇਅਦਬੀ ਕਰਨਾ, ਇਹਦੇ ਵਿੱਚ ਨਹੀਂ ਹੈਗਾ। ਹਾਂ, ਅਮਨ ਸਿੰਘ ਨੇ ਜਿਹੜੀ ਗੁਪਤ ਮੀਟਿੰਗ ਕੀਤੀ ਆ, ਉਹਦੇ ਰਾਜ ਖੋਲ੍ਹ ਦੇਣੇ ਚਾਹੀਦੇ। ਅਮਨ ਸਿੰਘ ਨੇ ਸੰਗਤ ਦੇ ਸਾਹਮਣੇ ਦੱਸ ਦੇਣਾ ਚਾਹੀਦਾ ਕਾਹਦੇ ਵਾਸਤੇ ਮੇਰੀ ਮੀਟਿੰਗ ਹੋਈ ਆ। ਉਹ ਭਾਈ ਅਮਨ ਸਿੰਘ ਦੱਸ ਸਕਦੇ ਨੇ ਕੀ ਗੱਲਬਾਤਾਂ ਹੋਈਆਂ। ਪਰ ਜਦੋਂ ਗੁਰੂ ਕੀ ਬਾਣੀ ਦੀ ਗੱਲ ਆ ਗਈ, ਇਹਦੇ ਉੱਤੇ ਨਹੀਂ ਕਿ ਨਿਹੰਗ ਸਿੰਘ ਗੁਰੂ ਕੀ ਬਾਣੀ ਦੀ ਬੇਅਦਬੀ ਕਰਾ ਕੇ ਫਿਰ ਜਾ ਕੇ ਬੰਦੇ ਦਾ ਕਤਲ ਕਰਨਗੇ। ਉਹ ਗੁਰੂ ਕਾ ਸਿੰਘ ਹੈ, ਬਾਣੀ ਦਾ ਧਾਰਨੀ ਹੈ। ਇਹੋ ਜਿਹੀ ਘਰੋਣੀ ਸੋਚ ਨਹੀਂ ਹੋ ਸਕਦੀ ਸਿੱਖਾਂ ਦੀ, ਕਦੀ ਵਾਸਤੇ ਵੀ ਨਹੀਂ ਹੋ ਸਕਦੀ। ਸੁਖਜਿੰਦਰ ਰੰਧਾਵਾ ਨੇ
ਪੰਜਾਬ ਸਰਕਾਰ ਦੇ ਅੰਦਰ, ਉਹ ਵੀ ਬਹੁਤ ਸਾਰੇ ਸਵਾਲ ਖੜੇ ਕਰਦੇ ਆ ਕਿ ਕਿਤੇ ਨਾ ਕਿਤੇ ਇਹਦੇ ਪਿੱਛੇ ਸਾਜ਼ਿਸ਼ ਹੈ। ਤੇ ਦੂਸਰੇ ਪਾਸੇ ਜੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਦਾ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਇਹ ਬਿਆਨ ਆਉਂਦਾ ਹੈ, ਉਹ ਆਖਦੇ ਹੈ ਕਿ ਜਿਹੜਾ ਇਹ ਸਭ ਕੁਝ ਹੋਇਆ ਇਹਦੇ ਪਿੱਛੇ ਕੋਈ ਸਾਜ਼ਿਸ਼ ਨਹੀਂ ਹੈਗੀ। ਆਪਾਂ ਨੂੰ ਪਤਾ ਹੈ ਕਿ ਨਿਹੰਗ ਸਿੰਘ ਸੁੱਖੇ ਦਾ ਸੇਵਨ ਕਰਦੇ ਆ, ਉਹ ਨਸ਼ੇ ਦੇ ਵਿੱਚ ਇਹ ਸਭ ਕੁਝ ਕੀਤਾ ਗਿਆ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਨਹੀਂ ਨਹੀਂ, ਇਹ ਗੱਲ ਗਲਤ ਹੈ ਕੈਪਟਨ ਨੇ, ਕਿਉਂਕਿ ਕੈਪਟਨ ਦੀ ਸੁਰਤੀ ਬਿਰਤੀ ਇਹੋ ਜਿਹੀ ਆ, ਉਹਦੀ ਤਾਂ ਮੱਤ ਮਾਰੀ ਪਈ ਹੈ। ਕੈਪਟਨ ਦੀ ਬੁੱਧੀ ਜਿਹੜੀ ਭ੍ਰਿਸ਼ਟ ਹੋ ਗਈ, ਜਿਹੜੀ ਗੁਰੂ ਕੀ ਬਾਣੀ ਦੀ ਸਹੁੰ ਖਾ ਕਰਕੇ ਉਹ ਬੰਦਾ ਮੁਕਰ ਗਿਆ, ਜਿਸ ਕਰਕੇ ਇੱਕ ਜਨਾਨੀ ਦੇ ਪਿੱਛੇ ਲੱਗ ਕੇ ਸਾਰਾ ਆਪਣਾ ਰਾਜ ਭਾਗ ਉਹਨੇ ਬਰਬਾਦ ਕਰ ਲਿਆ। ਜਾਣਦੇ ਹੋ ਤੁਸੀਂ, ਪਰ ਉਹ ਐਡਾ ਸਿਆਣਾ ਬੰਦਾ ਨਹੀਂ ਹੈਗਾ, ਜਿਸ ਕਰਕੇ ਗੁਰਬਾਣੀ ਦੀ ਸਹੁੰ ਖਾਧੀ ਹੈ। ਬਾਅਦ ਦੇ ਵਿੱਚ ਉਹਨਾਂ ਦੇ ਵਾਅਦਿਆਂ ਤੇ ਨਹੀਂ ਰਿਹਾ। ਜਿਹੜੀ ਸੁਖਜਿੰਦਰ ਸਿੰਘ ਰੰਧਾਵੇ ਦੀ ਗੱਲ ਕਰਦੇ ਹੋ ਤੁਸੀਂ, ਹੁਣ ਤਾਂ ਮਹਿਕਮਾ ਉਹਦੇ ਕੋਲ ਹੀ ਹੈ ਪੰਜਾਬ ਦਾ, ਉਪ ਮੁੱਖ ਮੰਤਰੀ ਨੇ, ਫਿਰ ਉਹ ਸਾਜ਼ਿਸ਼ ਹੈ ਜੇ ਸਾਹਮਣੇ ਕੱਢ ਕਰ ਖਾਣ, ਸਾਰਾ ਸਟਾਫ ਉਹਨਾਂ ਕੋਲ ਹੀ ਹੈ, ਉਹ ਮਾਲਕ ਨੇ। ਜੇ ਸਾਜ਼ਿਸ਼ ਹੈ ਕੋਈ ਸਾਹਮਣੇ ਰੱਖਣ ਲੋਕਾਂ ਦੇ, ਗੱਲਾਂ ਕਿਉਂ ਕਰੇ? ਹੁਣ ਆਪਾਂ ਤਾਂ ਗੱਲਾਂ ਕਰ ਸਕਦੇ, ਸਾਡੇ ਕੋਲ ਕੋਈ ਅਧਿਕਾਰ ਨਹੀਂ ਨਾ ਹੈਗਾ। ਤੇ ਇੱਕ ਗੱਲ ਹੋਰ ਕਹੀ ਜਾਂਦੀ ਹੈ ਕਿ ਕਿਸਾਨ ਸੰਘਰਸ਼ ਕਮੇਟੀ ਵੀ ਇਹ ਗੱਲ ਕਹਿੰਦੀ ਹੈ ਕਿ ਜਿਹੜਾ ਕੁਝ ਹੋਇਆ ਉਹਦੇ 'ਚ ਸਾਡਾ ਕੋਈ ਲੈਣ ਦੇਣ ਨਹੀਂ, ਨਿਹੰਗ ਸਿੰਘ ਦੀ ਆਪਣੀ ਕਾਰਜਕਾਰੀ ਹੈ ਤੇ ਸਾਡਾ ਮੋਰਚੇ ਵੱਲ ਧਿਆਨ ਹੈ, ਸਾਡਾ ਇਹ ਗੱਲਾਂ ਵੱਲ ਕੋਈ ਧਿਆਨ ਨਹੀਂ। ਉਹਨਾਂ ਨੇ ਸਿੱਧਾ ਪਲੜਾ ਝਾੜ ਲਿਆ ਇਹ ਕੰਮ ਤੋਂ। ਦੇਖੋ, ਉਹ ਕਿਸਾਨ ਦੱਸ ਸਕਦੇ ਨੇ ਕਿਉਂ ਉਹਨਾਂ ਨੇ ਪਲੜਾ ਝਾੜਿਆ, ਪਰ ਸਾਨੂੰ ਜ਼ਮੀਨਾਂ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਹਿਲਾਂ ਨੇ। ਸਾਡਾ ਧਰਮ ਹੈ ਤੇ ਸਾਰਾ ਕੁਝ ਹੈ। ਜਦੋਂ ਸਾਡੇ ਪੱਲੇ ਧਰਮ ਨਹੀਂ ਹੈ ਤੇ ਫਿਰ ਸਾਡੀ ਜ਼ਮੀਨਾਂ ਦਾ ਅਸੀਂ ਕੀ ਕਰਨਾ ਹੈ? ਜਿਹੜੇ ਕਿਸਾਨ ਮੋਰਚੇ ਵਿੱਚ ਕਈ ਕਾਮਰੇਡ ਮਾੜੀ ਸੋਚ ਤੇ ਮਾੜੀ ਬਿਰਤੀ ਦੇ ਲੋਕ ਨੇ, ਜਿਸ ਕਰਕੇ ਅਜੇ ਤੱਕ ਸਾਨੂੰ ਕਾਮਯਾਬੀ ਨਹੀਂ ਮਿਲੀ। ਜਿਸ ਵੇਲੇ ਅਸੀਂ ਗੁਰੂ ਦਾ ਲੜ ਫੜਾਂਗੇ, ਗੁਰੂ ਤੇ ਆਸ ਰੱਖਾਂਗੇ, ਗੁਰੂ ਦੇ ਚਰਨਾਂ ਨਾਲ ਜੁੜ ਜਾਵਾਂਗੇ, ਫਿਰ ਸਾਨੂੰ ਕਿਸੇ ਦਾ ਹੜੇ ਤਰਲੇ ਨਹੀਂ ਕੱਢਣੇ ਪੈਣੇ। ਇਹ ਸਾਡੀ ਬਦਕਿਸਮਤੀ ਹੈ, ਜਿਸ ਕਰਕੇ ਅੱਜ ਕਿਸੇ ਦੇ ਦਰ ਤੇ ਜਾ ਕਰਕੇ ਬੈਠੇ ਅਸੀਂ ਆਪਣਾ ਗੁਰੂ ਛੱਡਿਆ। ਪਹਿਲਾਂ ਪੰਜਾਬ ਦੇ ਵਿੱਚ ਗੁਰਬਾਣੀ ਨੂੰ ਰੋਲਿਆ ਗਿਆ ਨਾਲੀਆਂ ਦੇ ਵਿੱਚ, ਕਿੰਨੀਆਂ ਥਾਵਾਂ ਤੇ ਬੇਅਦਬੀ ਹੋ ਗਈ, ਉਦੋਂ ਕਿਸੇ ਨੇ ਧਿਆਨ ਨਹੀਂ ਦਿੱਤਾ। ਜਦੋਂ ਸਾਡੀ ਜ਼ਮੀਰਾਂ ਮਰ ਗਈ, ਅਸੀਂ ਜ਼ਮੀਨ ਦਾ ਕਰਨਾ ਕੀ ਹੈ? ਨਿਹੰਗ ਸਿੰਘਾਂ ਦੀ ਬਣਦੀ ਕਿਉਂ ਨਹੀਂ? ਕਿਉਂਕਿ ਜਿਹੜੇ ਕਿਸਾਨ ਆਗੂ ਨੇ, ਰਾਜੇਵਾਲ ਨੇ ਤਾਂ ਇਹ ਵੀ ਕਹਿਤਾ ਸੀ ਕਿ ਆਪਣੇ ਤੰਬੂ ਇੱਥੋਂ ਲੈ ਜਾਓ, ਸਾਡੀ ਬੇਨਤੀ ਹੈ। ਇਹਦਾ ਕੀ ਕਾਰਨ ਰਹਿੰਦਾ? ਰਾਜੇਵਾਲ ਪੰਜਾਬ ਦਾ ਮਾਲਕ ਹੈ, ਉਹਦਾ ਪਿਓ ਹੈ, ਪਿਓ ਲੱਗਦਾ ਪੰਜਾਬ ਦਾ। ਆਮ ਸਧਾਰਨ ਬੰਦਾ ਹੈ, ਸੰਘਰਸ਼ ਕਰਦਾ ਪਿਆ, ਅਸੀਂ ਸਤਿਕਾਰ ਕਰਦੇ ਹਾਂ, ਫਿਰ ਉਹ ਕਿਉਂ ਕਹਿ ਸਕਦਾ ਚੱਲ ਜਾਓ ਇੱਥੋਂ? ਹਰ ਇੱਕ ਨੂੰ, ਕਿਸਾਨ ਨੂੰ, ਮਜ਼ਦੂਰ ਨੂੰ, ਜਿਹੜਾ ਕੋਈ ਵੀ ਹਿੰਦੁਸਤਾਨ ਦੀ ਯਾਨੀ ਕਿ ਇੰਡੀਆ ਦੀ ਧਰਤੀ ਤੋਂ ਕੋਈ ਵੀ ਆ, ਉਹਨੂੰ ਹਰ ਇੱਕ ਨੂੰ ਅਧਿਕਾਰ ਹੈ ਗੱਲ ਕਰਨ ਦਾ, ਹਰ ਇੱਕ ਕਰ ਸਕਦਾ ਗੱਲ। ਰਾਜੇ ਵਾਲੇ ਨੇ ਇਹੋ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ, ਉਹਨੂੰ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ। ਕਿਉਂ ਚੱਲ ਜੀ? ਉਹ ਇਕੱਲੇ ਦਾ ਕੀ ਹੈ? ਸਾਰੇ ਸੰਘਰਸ਼ੀ ਨੇ, ਸਾਰੇ ਯੋਧੇ ਨੇ। ਨਿਹੰਗ ਸਿੰਘਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜੇ ਨਿਹੰਗ ਸਿੰਘ ਨਾ ਬੈਠੇ ਹੋਣੇ ਨੇ, ਇਹਨਾਂ ਦੀ ਤਾਂ ਤਪੜੀ ਚਕਾ ਦੇਣੀ ਸੀ ਉੱਥੋਂ। ਜੇ ਨਿਹੰਗ ਸਿੰਘ ਨਾ ਬੈਠੇ ਹੁੰਦੇ, ਉੱਥੋਂ ਇਹਨਾਂ ਦੀ ਤਪੜੀਆਂ ਚਕਾ ਦੇਣੀ ਸੀ। ਅੱਜ ਨੂੰ ਇਹਨਾਂ ਨੇ ਮੋਰਚਾ ਵਾਪਸ ਵੀ ਆ ਜਾਣਾ ਸੀ। ਹੁਣ ਇਹ ਅੜੇ ਹੋਏ ਨੇ, ਕਿਉਂਕਿ ਪਿੱਛੇ ਪੰਜਾਬ ਦੇ ਵਿੱਚ ਐਂਟਰੀ ਨਹੀਂ ਹੋਣ ਦੇਣੀ ਇਹਨਾਂ ਲੋਕਾਂ ਨੇ। ਇਹਨਾਂ ਨੇ ਪੰਜਾਬ 'ਚ ਵੜਨ ਨਹੀਂ ਦੇਣਾ ਜੇ ਮੋਰਚਾ ਹਾਰ ਕੇ ਆ ਗਏ। ਇਹਨਾਂ ਨੂੰ ਪਤਾ ਸਾਡਾ ਹੱਲ ਕੀ ਕਰਨਗੇ ਲੋਕੀ। ਉਧਰੋਂ ਮੋਦੀ ਨਹੀਂ ਮੰਨਦਾ ਪਿਆ, ਪਰ ਸਭ ਤੋਂ ਜ਼ਿਆਦਾ ਕਸੂਰ ਸਾਡੇ ਮੰਤਰੀਆਂ ਦਾ ਹੈ। ਜਿਹੜੇ ਅਸੀਂ ਮੰਤਰੀ ਚੁਣ ਕੇ ਘੱਲੇ ਸੀ, ਜਿਨ੍ਹਾਂ ਨੇ ਸਾਈਨ ਕੀਤੇ ਨੇ, ਜਿਨ੍ਹਾਂ ਨੇ ਮਤੇ ਪਵਾਏ ਨੇ, ਮਤੇ ਮੋਦੀ ਨੇ ਲਾਗੂ ਕੀਤੇ, ਮੰਤਰੀ ਸਭ ਤੋਂ ਜ਼ਿਆਦਾ ਕਸੂਰਵਾਰ ਨੇ। ਇੱਕ ਗੱਲ ਮੈਂ ਹੋਰ ਇੱਥੇ ਜਾਂਦੇ ਜਾਂਦੇ ਸਵਾਲ ਕਰਨਾ ਚਾਹੂੰਗਾ ਕਿ ਜੇਕਰ ਹੁਣ ਪੰਜਾਬ ਦੇ ਵਿੱਚ ਹੋਰ ਹੁਣ ਬੇਅਦਬੀਆਂ ਰੱਬ ਕਰੇ ਨਾ ਹੋਣ, ਤੇ ਜੇਕਰ ਬੇਅਦਬੀਆਂ ਹੁੰਦੀਆਂ ਨੇ ਤਾਂ ਇਸੇ ਤਰ੍ਹਾਂ ਹੀ ਸੋਧਾ ਲਾਇਆ ਜਾਇਆ ਕਰੂਗਾ। ਜੇ ਇਹ ਕੋਈ ਬੇਦਬੀ ਦੀ ਭਾਵਨਾ ਲੈ ਕਰਕੇ ਆਵੇ, ਬੇਦਬੀ ਕਰਨ ਵਾਸਤੇ ਆਵੇ, ਇਹੋ ਜਿਹਾ ਸੌਦਾ ਲਾਵੇ, ਇਹਦੇ ਨਾਲੋਂ ਵੀ ਭੈੜਾ ਲਾਵੇ, ਇਹਦੇ ਨਾਲੋਂ ਵੀ ਬਹੁਤ ਜ਼ਿਆਦਾ ਸਖਤ ਸਜ਼ਾ ਦੇਣੀ ਚਾਹੀਦੀ। ਤੁਸੀਂ ਇਹ ਚੀਜ਼ ਦੀ ਹਾਮੀ ਭਰਦੇ ਹੋ? ਹਾਂਜੀ, ਮੈਂ ਇਹ ਚੀਜ਼ ਦੀ ਹਾਮੀ ਭਰਦਾ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਜਿਹੜੇ ਵੀ ਸੰਗਤ ਦੇ ਦਿਲ ਦੇ ਵਿੱਚ ਸਵਾਲ ਸੀ, ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਨਾਲ ਅਮਰਜੀਤ ਸਿੰਘ ਸੀ ਦਮਦਮੀ ਟਕਸਾਲ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਨੇ ਜਿਹੜੇ ਅੱਗੇ ਰੱਖੇ ਨੇ। ਉਹ ਕਹਿੰਦੇ ਹੈ ਕਿ ਕਿਸਾਨ ਆਗੂਆਂ ਦਾ ਇਕੱਲਿਆਂ ਦਾ ਹੀ ਮੋਰਚਾ ਨਹੀਂ, ਨਿਹੰਗ ਸਿੰਘਾਂ ਦਾ ਵੀ ਬਹੁਤ ਅਹਿਮ ਯੋਗਦਾਨ ਹੈ ਇਹਦੇ ਵਿੱਚ। ਕਿ ਜਿਹੜੀ ਅਮਨ ਸਿੰਘ ਦੀ ਫੋਟੋ ਵਾਇਰਲ ਹੁੰਦੀ ਹੈ ਨਿਹੰਗ ਸਿੰਘ ਦੀ, ਤਾਂ ਉਹਦੇ ਬਾਰੇ ਵੀ ਇਹਨਾਂ ਨੇ ਸਪਸ਼ਟੀਕਰਨ ਇਹ ਦਿੱਤਾ ਹੈ ਕਿ ਉਹ ਜ਼ਿਆਦਾ ਦੱਸ ਸਕਦੇ ਹੈ ਕਿ ਕਿਉਂ ਉਹਨਾਂ ਦੀਆਂ ਫੋਟੋਆਂ ਵਾਇਰਲ ਹੋਈਆਂ। ਉਹ ਉਹਨਾਂ ਦਾ ਨਿੱਜੀ ਮਸਲਾ ਹੈ। ਅਤੇ ਹੋਰ ਬਹੁਤ ਸਾਰੇ, ਜਿਵੇਂ ਅਸੀਂ ਕੈਪਟਨ ਅਮਰਿੰਦਰ ਸਿੰਘ ਤੋਂ ਇਹਨਾਂ ਦੀ ਅਸੀਂ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਬਿਆਨ ਦਿੰਦੇ ਆ, ਉਹਨਾਂ ਦਾ ਵੀ ਇਹਨਾਂ ਨੇ ਜਵਾਬ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਬੁੱਧੀ ਮਾਰੀ ਹੋਈ ਹੈ, ਕਿਉਂਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਉਹ ਮੁੱਕਰ ਗਏ ਨੇ।